ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥਾ ਕਵਣ ਕਰਮ ਨਾਮ ਬਰਨਤ ਸੁਮਤ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ। ਸਿਰ ਸਿਰ ਸੁਖ ਸਹਮਾ ਦੇਸੋ ਤੂੰ ਪੜਾ। ਹਰ ਰਚਨਾ ਤੇਰੀ ਕਿਆ ਗਤ ਮੇਰੀ। ਹਰ ਬਿਨ ਘੜੀ ਨਾ ਜੀਵਾਂ। ਪ੍ਰਭਾਜ ਦੁਹੇਲੀ ਕੋਈ ਨਾ ਬੇਲੀ। ਗੁਰਮੁਖ ਅੰਮ੍ਰਿਤ ਪੀਵਾਂ। ਰਚਨਾ ਰਾਚ ਰਹੇ ਨਿਰੰਕਾਰੀ। ਪ੍ਰਭ ਮਨ ਕਰਮ ਸੁਕਰਮਾ। ਨਾਨਕ ਪੰਥ ਨਿਹਾਲੈ ਸਾ ਤਨ। ਤੂੰ ਸੁਣ ਆਤਮ ਰਾਮਾ। ਚੇਤ ਬਸੰਤ ਭਲਾ ਪਵਰ ਸੁਹਾਵੜੇ। ਬਨ ਫੂਲੇ ਮੰਝ ਬਾਹਰ ਮੈਂ ਫਿਰ ਕਰ ਬਾਹੁੜੈ। ਫਿਰ ਘਰ ਨਹੀਂ ਆਵੈ ਤਨ ਕਿਉ ਸੁਖ ਪਾਵੈ। ਬਿਰਹਿ ਬਿਰੋਧ ਤਨ ਛੀਜੈ। ਕੋਕਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ। ਭਵਰ ਭਵੰਤਾ ਫੂਲੀ ਡਾਲੀ ਕਿਉ ਜੀਵਾਂ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਰ ਘਰ ਤਨ ਪਾਏ। ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਇ ਮਨ ਨਿਮਾਣੀ ਇਕ ਤੂੰ। ਕਿਉ ਨਾ ਮਰੀਜੈ ਰੋਏ। ਜਾਂ ਲਗ ਚਿਤ ਨ ਆਵਹੀ। ਕਿਸ ਹੀ ਕੋਈ ਕੋਇ
ਮੰਝ ਨਿਮਾਣੀ ਇਕ ਤੂ, ਕਿਉ ਨਾ ਮਰੀਜੈ ਰੋਏ। ਜਾ ਲਗ ਚਿਤ ਨਾ ਆਵਹੀ, ਮਹੱਲਾ ਦੂਜਾ। ਜਾਂ ਸੁਖ ਤਾ ਸਹਰਾਵਿਓ, ਦੁਖ ਵੀ ਸੰਭਾਲਿਓ ਏ। ਨਾਨਕ ਕਹੈ ਸਿਆਣੀਏ, ਇਉ ਕੰਤ ਮਿਲਾਵਾ ਹੋਏ। ਪੌੜੀ ਹਉ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਆਗਮ ਦਇਆਲ ਅਗੰਮ ਹੈ, ਆਪ ਲਹਿ ਮਿਲਾਈ। ਮੈਂ ਤੁਝ ਬਿਨਾ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਜੋ ਤੇਰੀ ਸਰਣਾਗਤੀ, ਤਿਨ ਲਹਿ ਛਡਾਈ। ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਜੋ ਤੇਰੀ ਸਰਣਾਗਤੀ, ਤਿਨ ਲਹਿ ਛਡਾਈ। ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। सतगुरु महाराज सच्चे पातशाह जियों के पावन पवित्र मुबारक स्थाना ते नौवें पातशाह जियों की पावन चरण छो धरती ते भावना अदब कीदत नाल नमस्कार करके जन्म सफला रहे सतसंगी जनों। वडभागी हर संगत पावै, भागहीन भ्रम चोटां खावै। सतगुरु महाराजियों की रहमत कृपालता सदका गुरुदेव महाराजियों के पावन मुबारक स्थाना ते हाजरी भर रहे हाँ। और प्रथम समुची नानक नाम लेवा सिख संगतां नूं नवें वरे दी सम्मत नानक शाही 554 नवें वरे दी आमद ते लख लख वधाई होवे। जो साध संगत जियो ए नवा वरा प्रारंभ होया है चेतर दे महीने दी संगरांद तो। महाराज रहमत करन सबना दे घरां परिवारां दे अंदर महाराज सुख शांति चढ़दी कला बख्शिश करन। नाम बाणी सेवा सिमरन दी दात गुरुदेव जी बख्शिश करन। इस तो पहला के आए हुए पावन पवित्र शब्द दी विचार संग जुड़िए। पावन श्री मुखवाक जी दी कथा विचार महीने दी कथा विचार नाल जुड़िए। जो ये नवा वरा प्रारंभ होया है, हर एक कौम ने आपो अपने
ਕੈਲੰਡਰ ਦੇ ਹਿਸਾਬ ਦੇ ਨਾਲ, ਕਿਉਂਕਿ ਇਸਲਾਮ ਮਤ ਦੇ ਅੰਦਰ ਹੋਰ ਕੈਲੰਡਰ ਹੈ ਔਰ ਈਸਾਈ ਜਗਤ ਦੇ ਅੰਦਰ ਈਸਾ ਮਸੀਹ ਦੇ ਜਨਮ ਦੇ ਨਾਲ ਜੋ ਕੈਲੰਡਰ ਸਾਰੇ ਪਾਸੇ ਦੁਨੀਆ ਦੇ ਅੰਦਰ ਹੈ ਉਹ ਈਸਾਈ ਮਤ ਦੇ ਨਾਲ ਸੰਬੰਧਿਤ ਹੈ, ਈਸਾ ਜੀ ਦੇ ਜਨਮ ਦੇ ਨਾਲ। ਤੇ ਜੋ ਆਪਣੇ ਕੋਲ ਸੰਮਤ ਨਾਨਕ ਸ਼ਾਹੀ ਸਾਧ ਸੰਗਤ ਜੀਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਅਵਤਰਨ ਦੇ ਨਾਲ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਅਵਤਰਨ ਤੋਂ, ਪ੍ਰਕਾਸ਼ ਪੁਰਬ ਤੋਂ ਇਹ ਜੋ ਕੈਲੰਡਰ ਹੈ 554 ਸੰਮਤ ਨਾਨਕਸ਼ਾਹੀ ਜਿਸ ਨੂੰ ਆਪਾਂ ਕਹਿੰਦੇ ਹਾਂ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਵਤਰਨ ਨਾਲ ਸੰਬੰਧਿਤ ਹੈ। ਦੂਸਰਾ ਪ੍ਰਸ਼ਨ ਇਹ ਉੱਠਦਾ ਹੈ, ਜੇ ਆਪਣੇ ਸਿੱਖ ਜਗਤ ਦੇ ਕੋਲ ਇਹ ਕੈਲੰਡਰ ਹੈ ਤੇ ਜੋ ਬਹੁਤਾਤ ਦੇ ਅੰਦਰ ਦੂਸਰੇ ਪਾਸੇ ਫਿਰ ਜਿਹੜੇ ਮਹੀਨੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਹਨ, ਇਹਨਾਂ ਵਾਲੇ ਪਾਸੇ ਧਿਆਨ ਕਿਉਂ ਪ੍ਰਵਿਰਤ ਹੈ? ਕਿਉਂਕਿ ਜਿਹੜੇ ਇਹ ਮਹੀਨੇ ਹਨ ਪੀ ਸਾਧ ਸੰਗਤ ਜੀਓ, ਜਿਵੇਂ ਜਨਵਰੀ, ਫਰਵਰੀ, ਜਿਹੜੇ ਇਹਨਾਂ ਦੇ ਨਾਮ ਵੀ ਹਨ ਇਹ ਵੀ ਗ੍ਰੀਕ ਭਾਸ਼ਾ ਦੇ ਅੰਦਰ ਨਾਮ ਹਨ। ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਹੋਵੇ, ਹੁਣ ਵੀ ਆਪ ਸੰਗਤ ਜੀ ਦੇ ਨਾਲ ਬੇਨਤੀ ਕਰਾਂ, ਭਾਵੇਂ ਕਿ ਵੀਕਐਂਡ ਹਫਤੇ ਦਾ ਅਖੀਰ ਵਾਲਾ ਦਿਨ ਐਤਵਾਰ ਨੂੰ ਮੰਨਿਆ ਗਿਆ ਹੈ, ਸਾਰੇ ਪਾਸੇ ਐਤਵਾਰ ਵਾਲੇ ਦਿਨ ਦੀ ਛੁੱਟੀ ਕੀਤੀ ਗਈ। ਆਪ ਜੀਆਂ ਨੇ ਵੀ ਕਦੇ ਜਿਹਨ ਵਿੱਚ ਇਹ ਬਾਤ ਸੋਚੀ ਹੋਵੇਗੀ ਵੀ ਐਤਵਾਰ ਦੀ ਹੀ ਕਿਉਂ ਹੈ? ਉਹ ਸੋਮਵਾਰ ਜਾਂ ਮੰਗਲਵਾਰ ਦੀ ਛੁੱਟੀ ਕਿਉਂ ਨਹੀਂ ਹੋ ਸਕੀ? ਸਾਰੇ ਪਾਸੇ ਜਿਹੜੀ ਛੁੱਟੀ ਕੀਤੀ ਗਈ ਉਹ ਐਤਵਾਰ ਦਾ ਹੀ ਦਿਨ ਕਿਉਂ ਚੁਣਿਆ ਗਿਆ ਹੈ? ਜਦੋਂ ਕਿ ਪਾਵਨ ਪਵਿੱਤਰ ਬਾਣੀ ਦੇ ਅੰਦਰ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ, ਮਹਾਰਾਜ ਕਹਿੰਦੇ ਭਗਤੀ ਸ਼ੁਰੂ ਕਰਨੀ ਹੈ, ਭਗਤੀ ਆਰੰਭ ਕਰ ਐਤਵਾਰ ਤੋਂ। ਪਰ ਇੱਥੇ ਹੁਣ ਧਿਆਨ ਦੂਸਰੇ ਪਾਸੇ ਹੈ, ਕਹਿੰਦੇ ਜੀ ਨਹੀਂ ਐਤਵਾਰ ਦੀ ਤਾਂ ਛੁੱਟੀ ਹੈ। ਸਾਧ ਸੰਗਤ ਜੀਓ, ਈਸਾਈ ਜਗਤ ਦੇ ਅੰਦਰ ਬਾਈਬਲ ਦੇ ਅਨੁਸਾਰ ਜਦੋਂ ਉਹਨਾਂ ਨੇ ਪਰਮਾਤਮਾ ਦੇ ਬਾਬਤ ਜਦੋਂ ਲਿਖਿਆ ਮਿਲਦਾ ਹੈ ਉਹਨਾਂ ਦੇ ਪਾਵਨ ਗ੍ਰੰਥ ਦੇ ਅੰਦਰ, ਪਾਵਨ ਬਾਈਬਲ ਦੇ ਅੰਦਰ, ਕਹਿੰਦੇ ਪਰਮਾਤਮਾ ਨੇ ਜੋ ਸ੍ਰਿਸ਼ਟੀ ਸਾਜਣ ਦਾ ਕੰਮ ਸੀ ਇਹ ਸੋਮਵਾਰ ਨੂੰ ਸ਼ੁਰੂ ਕੀਤਾ। ਪਰਮਾਤਮਾ ਨੇ ਧਰਤੀ ਬਣਾਉਣੀ ਸੋਮਵਾਰ ਤੋਂ ਸ਼ੁਰੂ ਕੀਤੀ, ਪਾਣੀ ਬਣਾਇਆ, ਬਨਸਪਤੀ ਬਣਾਈ, ਪਰਮਾਤਮਾ ਨੇ ਜੀਵ ਬਣਾਏ, ਮਨੁੱਖ ਸਾਜੇ, ਫਿਰ ਪਰਿਪੂਰਨ ਪਰਮਾਤਮਾ ਨੇ ਇਸਤਰੀਆਂ ਬਣਾਈਆਂ। ਕਹਿੰਦੇ ਇਸ ਪ੍ਰਕਾਰ ਨਾਲ ਵੱਖ-ਵੱਖ ਦਿਨਾਂ ਦੇ ਅੰਦਰ ਪਰਮਾਤਮਾ ਨੇ ਇਸ ਪ੍ਰਕਾਰ ਜੀਵ ਸਾਜੇ। ਜੀਵ ਸਾਜਣ ਤੋਂ ਬਾਅਦ ਕਹਿੰਦੇ ਪਰਮਾਤਮਾ ਸ਼ਨੀਵਾਰ ਤੱਕ ਜਿਹੜਾ ਕੰਮ ਕਰਦਿਆਂ ਥਕਾਵਟ ਹੋਈ, ਐਤਵਾਰ ਦੀ ਛੁੱਟੀ ਕੀਤੀ। ਇਹ ਬਾਈਬਲ ਦੇ ਅੰਦਰ ਲਿਖਿਆ ਹੈ। ਕਹਿੰਦੇ ਫਿਰ ਤਾਂ ਜੋ ਐਤਵਾਰ ਵਾਲਾ ਦਿਨ ਹੈ, ਕਿਉਂਕਿ ਉਸ ਦਿਨ ਪਰਮਾਤਮਾ ਨੇ ਵੀ ਆਰਾਮ ਕੀਤਾ, ਫਿਰ ਜਿਤਨੇ ਵੀ ਹਨ ਉਹ ਉਸੇ ਹਿਸਾਬ ਦੇ ਨਾਲ ਸਮੁੱਚੀ ਕਾਇਨਾਤ ਦੇ ਅੰਦਰ, ਕਿਉਂਕਿ ਵੱਖ-ਵੱਖ ਥਾਵਾਂ ਤੇ ਈਸਾਈਆਂ ਦਾ ਉਹਨਾਂ ਦਾ ਰਾਜ ਸੀ, ਗੋਰਿਆਂ ਦਾ ਰਾਜ ਸੀ, ਉਹਨਾਂ ਨੇ ਆਪੋ ਆਪਣੇ ਸਮੇਂ ਦੇ ਨਾਲ ਫਿਰ ਜਿਹੜਾ ਸਾਰੇ ਪਾਸੇ ਜਿਹੜਾ ਹੁਣ ਬੋਲਬਾਲਾ ਹੋ ਗਿਆ ਉਹ ਫਿਰ ਉਸੇ ਕੈਲੰਡਰ ਦਾ ਹੀ ਹੋ ਗਿਆ, ਉਹਨਾਂ ਹੀ ਦਿਨਾਂ ਦਾ ਵੀ ਹੋ ਗਿਆ। ਤਾਂ ਕਰਕੇ ਜਿਹੜੀ ਹੈ ਐਤਵਾਰ ਦੀ ਇਹ ਛੁੱਟੀ ਸਾਰੇ ਪਾਸੇ ਇਹਨੂੰ ਇੱਕ ਮੰਨ ਲਿਆ ਗਿਆ ਇਸ ਹਿਸਾਬ ਦੇ ਨਾਲ। ਹਾਲਾਂਕਿ ਜਿਹੜੇ ਇਹ ਨਾਮ ਵੀ ਹਨ, ਭਾਵੇਂ ਉਹ ਜਨਵਰੀ ਹੋਵੇ, ਫਰਵਰੀ ਹੋਵੇ, ਮਾਰਚ, ਅਪ੍ਰੈਲ ਦੇ ਮਹੀਨਿਆਂ ਦੇ ਨਾਮ ਵੀ ਹੁਣ ਇਹ ਵੀ ਦੇਵਤਿਆਂ ਦੇ ਨਾਵਾਂ ਦੇ ਉੱਪਰ ਹਨ। ਈਸਾਈ ਜਗਤ ਦੇ ਅੰਦਰ ਇਹ ਵੀ ਜਿਹੜੇ ਨਾਮ ਹਨ ਇਹ ਵੀ ਦੇਵਤਿਆਂ ਦੇ ਨਾਵਾਂ ਦੇ ਉੱਪਰ ਹਨ। ਤੇ ਜੋ ਆਪਣੇ ਕੋਲ ਕੈਲੰਡਰ ਹੈ
ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਅੰਕਿਤ ਕੀਤਾ ਹੋਇਆ ਹੈ। ਮਹੀਨਿਆਂ ਦੇ ਨਾਮ ਅੰਕਿਤ ਕੀਤੇ ਹੋਏ ਹਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਕੋਲ ਆਪਣਾ ਹੈ। ਉਚੇਤ ਹੈ ਵਿਸਾਖ ਦਾ ਮਹੀਨਾ, ਫਿਰ ਜੇਠ ਹਾੜ ਦਾ ਮਹੀਨਾ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਾਂ ਨੂੰ ਆਪਣਾ ਬਖਸ਼ਿਆ ਹੈ। ਪਰ ਫਿਰ ਉਹ ਬਾਤ ਉਹ ਹੁੰਦੀ ਹੈ ਕਿ ਕਿਉਂਕਿ ਬਹੁਤਾਤ ਦੇ ਅੰਦਰ ਜੋ ਕੰਮ ਦੁਨੀਆ ਕਰਦੀ ਹੋਵੇ ਤੇ ਫਿਰ ਜਿਹੜੇ ਪਿੱਛੇ ਥੋੜੇ ਹੋਣ ਗਿਣਤੀ ਵਿੱਚ ਉਹਨਾਂ ਨੂੰ ਜਾਪਦਾ ਵੀ ਅਸੀਂ ਗਲਤ ਹਾਂ ਉਹ ਠੀਕ ਹਨ, ਕਿਉਂਕਿ ਜਿੱਧਰ ਗਿਣਤੀ ਜ਼ਿਆਦਾ ਹੋਵੇਗੀ ਕੁਦਰਤੀ ਉੱਧਰ ਲੱਗੇਗਾ ਵੀ ਇਹ ਜ਼ਿਆਦੀ ਗਿਣਤੀ ਵਿੱਚ ਨੇ ਤੇ ਜਿਹੜੀ ਛੋਟੇ ਹੋਣ ਘੱਟ ਗਿਣਤੀ ਦੇ ਅੰਦਰ ਜਾਂ ਹੋਣ ਜਾਂ ਜਿਹੜੇ ਥੋੜੇ ਹੋਣ ਉਹਨਾਂ ਨੂੰ ਜਾਪਦਾ ਅਸੀਂ ਗਲਤ ਹਾਂ, ਫਿਰ ਆਪਣੀ ਵੀ ਚਾਲ ਉਸੇ ਚਾਲ ਵਿੱਚ ਮਿਲਾ ਦਿੱਤੀ। ਅੱਜ ਫਿਰ ਇੱਕ ਵਾਰੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਨਵੇਂ ਵਰੇ ਦੀ ਆਰੰਭਤਾ ਤੇ ਲੱਖ ਲੱਖ ਵਧਾਈਆਂ ਹੋਵਣ। ਸੰਮਤ ਨਾਨਕਸ਼ਾਹੀ 554 ਵਰਾ ਇਹ ਪ੍ਰਾਰੰਭ ਹੋਇਆ ਹੈ। ਸੋ ਸਾਧ ਸੰਗਤ ਜੀ ਜੋ ਅੱਜ ਦੇ ਪਾਵਨ ਪਵਿੱਤਰ ਪਹਿਲਾਂ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਔਰ ਉਪਰੰਤ ਜੋ ਮਹੀਨਾ ਹੈ ਜਦੋਂ 12ਵਾਂ ਪ੍ਰਾਰੰਭ ਹੁੰਦਾ ਹੈ, ਜਿੱਥੋਂ ਉੱਥੋਂ ਪਾਵਨ ਪਵਿੱਤਰ ਸ਼ਬਦ ਵਿਚਾਰ ਆਪਾਂ ਪ੍ਰਾਰੰਭ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨ, ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬੋਲ। ਆਓ ਕਰੋ ਮਨ ਬਿਰਤੀਆਂ ਨੂੰ ਸਾਧ ਸੰਗਤ ਜੀਓ ਇਕਾਗਰ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੂੰ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ। ਰਹਿਮਤ ਕੀਤੀ ਹੈ ਪਰਿਪੂਰਨ ਪਰਮਾਤਮਾ, ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ। ਮੇਰਾ ਨਿਮਾਣੀ ਦਾ ਆਸਰਾ ਪਰਿਪੂਰਨ ਪਰਮਾਤਮਾ ਇੱਕ ਤੂੰ ਹੈ। ਮੇਰਾ ਨਿਮਾਣੀ ਦਾ ਆਸਰਾ ਹੈ ਪਰਿਪੂਰਨ ਪਰਮਾਤਮਾ ਕੇਵਲ ਇੱਕ ਤੁਸੀਂ ਹੀ ਹੋ। ਕਿਸੇ ਨੇ ਆਪਣੇ ਜੀਵਨ ਦਾ ਆਧਾਰ, ਜੀਵਨ ਦਾ ਆਸਰਾ ਕਿਸੇ ਨੂੰ ਬਣਾਇਆ, ਕਿਸੇ ਨੇ ਕਿਸੇ ਨੂੰ ਬਣਾਇਆ, ਪਰ ਹੈ ਪਰਿਪੂਰਨ ਪਰਮਾਤਮਾ ਮੇਰਾ ਜੀਵਨ ਦਾ ਆਧਾਰ ਕੇਵਲ ਇੱਕ ਤੁਸੀਂ ਹੀ ਹੋ। ਜਿਸ ਨੇ ਆਪਣੇ ਜੀਵਨ ਦਾ ਆਧਾਰ ਪਰਿਪੂਰਨ ਪਰਮਾਤਮਾ ਨੂੰ ਬਣਾ ਲਿਆ ਹੋਵੇ, ਜਿਹੜਾ ਉਹਦੇ ਧੜੇ ਵਿੱਚ ਹੋਵੇ। ਜਿਵੇਂ ਆਪਾਂ ਸ਼ਬਦ ਪੜ੍ਹਨੇ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਧੰਨ ਗੁਰੂ ਰਾਮਦਾਸ। ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਿਸੇ ਨੇ ਕਿਹਾ ਵੀ ਮੇਰਾ ਧੜਾ ਕੋਈ ਗੱਲਬਾਤ ਹੋ ਗਈ, ਮੇਰਾ ਮਿੱਤਰ ਮੇਰਾ ਦੋਸਤ ਉਸ ਥਾਂ ਆਏਗਾ। ਕਿਸੇ ਨੇ ਕਿਹਾ ਵੀ ਚਲੋ ਜਿਹੜੇ ਕੁੜਮਾਚਾਰੀ ਦੇ ਰਿਸ਼ਤੇ ਹਨ ਬਈ ਉਹਨਾਂ ਦੀ ਬੜਾ ਬੋਲ ਬਾਲਾ ਹੈ, ਉਹ ਮੇਰੀ ਸਹਾਇਤਾ ਵਾਸਤੇ ਆਉਣਗੇ। ਧੰਨ ਗੁਰੂ ਰਾਮਦਾਸ ਕਹਿਣ ਲੱਗੇ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸੱਕਾ ਨਾਲ ਜਵਾਈ। ਹਮਾਰਾ ਧੜਾ ਹਰ ਰਹਾ ਸੁਮਾਈ। ਮਹਾਰਾਜ ਆਪ ਜੀਆਂ ਦਾ ਕਿਹੜਾ ਧੜਾ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਹਰੀ ਵਾਲਾ ਧੜਾ, ਪਰਿਪੂਰਨ ਪਰਮਾਤਮਾ ਦੇ ਸਾਹਿਬ ਦੇ ਨਾਮ ਵਾਲਾ ਧੜਾ। ਜਿਹਦਾ ਫਿਰ ਧੜਾ ਉਹ ਬਣ ਜਾਏ, ਜਿਸ ਦਾ ਮਿੱਤਰ ਉਹ ਪਰਿਪੂਰਨ ਪਰਮਾਤਮਾ ਬਣ ਜਾਏ। ਫਿਰ ਮਹਾਰਾਜ ਬਚਨ ਕਰਦੇ ਹਨ, ਭਾਈ ਦੱਸੋ ਨੂੰ ਕਿਸ ਗੱਲ ਦੀ ਕੋਈ ਕਮੀ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਉ ਕਹੋ ਕਾਕੀ ਕਮੀਆਂ। ਜਿੱਥੇ ਮਹਾਰਾਜ ਜੀ ਸ਼ਬਦ ਵਰਤਦੇ ਹਨ, ਜਾ ਕਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ।
किस ही कोई कोए मन निमाणी एक तू। ਇਹ ਸਾਧ ਸੰਗਤ ਜੀਓ, ਜਦੋਂ ਕੋਈ ਜਗਿਆਸੂ ਜਨ ਪੂਰਨ ਤਰ੍ਹਾਂ ਦੇ ਨਾਲ ਆਪਾ ਸਮਰਪਿਤ ਕਰ ਦਵੇ, ਇਹ ਕੇਵਲ ਗਲੇ ਦੀ ਆਵਾਜ਼ ਨਹੀਂ, ਇਹ ਤਾਂ ਜਗਿਆਸੂ ਜਨ ਸੇਵਕ ਜਨ ਦੇ ਅੰਦਰੋਂ ਨਿਕਲੀ ਹੋਈ ਇੱਕ ਪੀੜ ਹੈ, ਇੱਕ ਅੰਦਰੋਂ ਨਿਕਲੀ ਹੋਈ ਹੂਕ ਹੈ ਕਿ ਹੇ ਮੇਰੇ ਸਾਹਿਬ ਜੀ, ਕਿਰਪਾ ਕਰਿਓ, ਆਪਣੇ ਮੁਬਾਰਕ ਚਰਨ ਕਮਲਾਂ ਤੋਂ ਦੂਰ ਨਾ ਕਰਿਓ, ਕਿਉਂਕਿ ਚਰਨ ਕਮਲਾਂ ਤੋਂ ਦੂਰ ਹੁੰਦਿਆਂ ਸਾਰ ਹੀ ਹੋਰ ਕੋਈ ਸਾਡੇ ਕੋਲ ਟਿਕਾਣਾ ਹੀ ਨਹੀਂ ਕਿ ਕਿਸੇ ਥਾਂ ਤੇ ਚਲੇ ਜਾਈਏ। ਜਿਸ ਪਾਤਸ਼ਾਹ ਜੀਆਂ ਦੇ ਬੋਲ ਹਨ ਸਾਧ ਸੰਗਤ ਜੀਓ, ਬੜਾ ਉੱਚਾ ਘਰਾਣਾ ਸੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ। ਹਰੀ ਕੇ ਪਤਨ ਬੜੀ ਇਹਨਾਂ ਦੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਵਪਾਰ ਪੁਣਾ ਚੱਲਦਾ ਸੀ। ਹਰੀ ਕੇ ਪਤਨ, ਕਿਉਂਕਿ ਆਪਣੇ ਨਗਰ ਤੋਂ ਇਹਨਾਂ ਦੇ ਪਿਤਾ ਜੀਆਂ ਨੇ ਆਣ ਕੇ ਹਰੀ ਕੇ ਪਤਨ ਉਸ ਥਾਂ ਤੇ ਆਣ ਕੇ ਹੱਟ ਪਾ ਲਈ। ਵਪਾਰ ਪੁਣਾ ਚੰਗਾ ਚੱਲਦਾ ਸੀ, ਦੁਕਾਨ ਦਾ ਕੰਮ ਚੰਗਾ ਚੱਲਦਾ ਸੀ। ਪਿੰਡ ਦੇ ਵਿੱਚੋਂ ਆਗੂ ਵੀ ਸਨ, ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਵੀ ਜਾਂਦੇ ਸਨ, ਕਿਉਂਕਿ ਆਗੂ ਸਨ ਪਿੰਡਿਆਂ ਨੇ ਜਥੇ ਵਿੱਚੋਂ ਆਗੂ ਬਣਾਇਆ ਇਹਨਾਂ ਨੂੰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਚੰਗਾ ਧਨਾੜ ਘਰਾਣਾ ਸੀ, ਕਿਸੇ ਵੀ ਬਾਤ ਦੀ ਕਮੀ ਕੋਈ ਨਹੀਂ ਸੀ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਰਿਵਾਰ ਦੇ ਕੋਲ, ਜਾਂ ਭਾਈ ਲਹਿਣਾ ਜੀ ਸ਼ਬਦ ਵਰਤ ਲਈਏ, ਪਾਤਸ਼ਾਹ ਜੀਆਂ ਦੇ ਕੋਲ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸੇਵਾ ਵਿੱਚ ਜੁੜੇ ਆਪਾਂ ਸਾਰੇ ਪੜ੍ਹਨੇ ਹਾਂ। ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਦੇ ਸੀਸ ਤੇ ਪੰਡ ਚਕਾਈ, ਘਾਹ ਦੀ ਗਿੱਲਾ ਘਾਹ ਸੀ, ਉਹ ਸਾਰਾ ਘਾਹ ਨੁੱਚੜ ਕੇ ਚਿੱਕੜ ਇਹਨਾਂ ਦੇ ਕੱਪੜਿਆਂ ਤੇ ਆਣ ਪਿਆ। ਘਰ ਪਹੁੰਚੇ ਮਾਤ ਸੁਲੱਖਣੀ ਜੀ ਸਤਿਗੁਰੂ ਜੀਆਂ ਨੂੰ ਲੱਗੇ ਕਹਿਣ, ਕਹਿੰਦੇ ਵੇਖੋ ਤੁਸਾਂ ਨੇ ਇਹਨਾਂ ਨੂੰ ਗਿੱਲੇ ਘਾਹ ਦੀ ਪੰਡ ਚਕਾ ਦਿੱਤੀ, ਸਾਰੇ ਕੱਪੜੇ ਇਹਨਾਂ ਦੇ ਵੇਖੋ ਕਿੰਨੇ ਮਹਿੰਗੇ ਕੱਪੜੇ ਪਾਏ ਹੋਏ ਸਨ ਇਹਨਾਂ ਨੇ, ਇਹਨਾਂ ਦੇ ਇੰਨੇ ਸੁੰਦਰ ਕੱਪੜੇ ਸਾਰੇ ਖਰਾਬ ਹੋ ਗਏ ਹਨ, ਚਿੱਕੜ ਦੇ ਨਾਲ ਲਿਬੜ ਗਏ ਹਨ। ਸਤਿਗੁਰੂ ਜੀਆਂ ਦੇ ਬੋਲ ਸਨ, ਮਹਾਰਾਜ ਜੀਆਂ ਦੇ ਸ਼ਬਦ ਸਨ, ਤੁਹਾਨੂੰ ਚਿੱਕੜ ਪਿਆ ਦਿਖਾਈ ਦਿੰਦਾ ਹੈ, ਸਾਨੂੰ ਕੇਸਰ ਦੇ ਛਿੱਟੇ ਦਿਖਾਈ ਦਿੰਦੇ ਹਨ। ਮਹਾਰਾਜ ਜੀਆਂ ਦੇ ਸੰਗ ਇੱਕ ਦਿਨ ਇਸ਼ਨਾਨ ਕਰਨ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਆਪੋ ਆਪਣੇ ਘਰਾਂ ਨੂੰ ਚਲੇ ਜਾਓ। ਸਾਰੇ ਚਲੇ ਗਏ। ਮਹਾਰਾਜ ਭਾਈ ਲਹਿਣਾ ਜੀਆਂ ਨੂੰ ਲੱਗੇ ਕਹਿਣ, ਤੁਸੀਂ ਆਪਣੇ ਘਰਾਂ ਨੂੰ ਕਿਉਂ ਨਹੀਂ ਗਏ? ਬੇਨਤੀ ਕੀਤੀ, ਪਾਤਸ਼ਾਹ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਤੇ ਘਰ ਹੀ ਇੱਕ ਤੁਸੀਂ ਹੋ, ਮੈਂ ਕਿਸ ਥਾਂ ਤੇ ਜਾਵਾਂ? ਜਿਨ੍ਹਾਂ ਦਾ ਕੋਈ ਆਪਣਾ ਟਿਕਾਣਾ ਸੀ ਮਹਾਰਾਜ, ਉਹ ਚਲੇ ਗਏ, ਮੇਰਾ ਤੇ ਕੋਈ ਘਰ ਤੁਹਾਡੇ ਤੋਂ ਬਿਨਾਂ ਹੈ ਕੋਈ ਨਹੀਂ। ਮਹਾਰਾਜ ਜੀਆਂ ਨੇ ਵੀ ਫਿਰ ਆਪਣੇ ਅੰਗ ਤੋਂ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹਨ, ਆਪਣੇ ਅੰਗ ਤੋਂ ਲਹਿਣੇ ਤੋਂ ਮਹਾਰਾਜ ਜੀਆਂ ਨੇ ਭਾਈ ਅੰਗਦ ਬਣਾ ਲਿਆ, ਆਪਣਾ ਅੰਗ ਹੀ ਬਣਾ ਲਿਆ। ਨਾਉ ਕਰਤਾ ਕਾਦਰ ਕਰੈ ਕਿਉ ਬੋਲ ਹੋਵੇ ਜੋ ਖੀਮਦਾ, ਦਹਿ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦਾ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦਾ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੂਏ ਜੀਦਾ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਤੋਸ ਜੀਵਦਾ। ਜਿਉਂਦਿਆਂ ਜੀ ਮਹਾਰਾਜ ਜੀਆਂ ਨੇ ਨਿਰੰਜਨੀ ਛਤਰ ਚੁਲਾ ਦਿੱਤਾ। ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਲਹਿਣਾ ਜੀਆਂ ਨੂੰ ਫੇਰ ਵਸਾਇਆ। ਫੇਰੂ ਆਣ ਸਤਿਗੁਰੂ ਖਡੂਰ ਸਾਹਿਬ ਦੇ ਸਥਾਨ ਤੇ ਭੇਜ ਦਿੱਤਾ। ਤੇ ਮਹਾਰਾਜ ਜੀਆਂ ਨੂੰ ਇੱਕ ਦਿਨ ਭਾਈ ਲਹਿਣਾ ਜੀ ਬੇਨਤੀ ਕਰਦੇ ਹਨ, ਸਤਿਗੁਰੂ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜਦੋਂ ਮੇਰਾ ਚਿੱਤ ਕਰੇਗਾ ਤੁਹਾਡੇ ਦਰਸ਼ਨ ਕਰਨ ਨੂੰ। ਮਹਾਰਾਜ ਉਸ ਵਕਤ ਮਹਾਰਾਜ ਕਹਿੰਦੇ ਨਹੀਂ, ਹੁਣ ਤੁਸਾਂ ਨੇ ਦਰਸ਼ਨਾਂ ਵਾਸਤੇ ਨਹੀਂ ਆਉਣਾ, ਹੁਣ ਅਸਾਂ ਨੇ ਆਪ ਜੀਆਂ ਦੇ ਕੋਲ ਆਉਣਾ ਹੈ। ਸਾਧ ਸੰਗਤ ਜੀਓ, ਇਹ ਇੱਕ ਅੰਦਰ ਦਾ ਹੂਕ ਹੈ, ਅੰਦਰ ਦੀ ਬੇਨਤੀ ਹੈ। ਇਹ ਕੇਵਲ ਗਲੇ ਦੀ ਬੇਨਤੀ ਨਹੀਂ ਕਿ ਕਿਸ ਹੀ ਕੋਈ ਕੋਈ ਮਨ ਨਿਮਾਣੀ ਇੱਕ ਤੂੰ। ਹੇ ਪਰਿਪੂਰਨ ਪਰਮਾਤਮਾ, ਕਿਸੇ ਨੇ ਕੋਈ ਆਸਰਾ ਬਣਾਇਆ ਹੈ, ਸਭੋ ਭੱਜੈ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗਾ ਨਾ ਤਤੀ ਵਾਓ। ਕਿਸੇ ਨੇ ਕੋਈ ਆਸਰਾ ਜੇ ਬਣਾਇਆ ਹੈ, ਕਿਸੇ ਦਾ ਆਸਰਾ ਕੋਈ ਹੈ, ਪਰ ਹੇ ਮੇਰੇ ਮਾਲਕ ਜੀ,
ਮੈਂ ਨਿਮਾਣੀ ਦਾ ਇੱਕ ਕੇਵਲ ਤੁਸੀਂ ਹੀ ਆਸਰਾ ਹੋ। ਜੇ ਆਪ ਜੀਆਂ ਨੇ ਵੀ ਆਪਣੇ ਦੁਆਰੇ ਤੋਂ ਪਾਸੇ ਕਰ ਦਿੱਤਾ ਤਾਂ ਹੇ ਮੇਰੇ ਮਾਲਕ ਜੀ ਹੋਰ ਕਿਹੜਾ ਆਸਰਾ ਹੈ, ਫਿਰ ਹੋਰ ਕਿਹੜਾ ਦੁਆਰਾ ਹੈ ਜਿਸ ਥਾਂ ਮੈਂ ਜਾ ਕੇ ਆਪਣੇ ਅੰਦਰ ਦੀ ਵੇਦਨਾ ਪ੍ਰਗਟ ਕਰ ਸਕਾਂ। ਮੈਂ ਅੰਦਰ ਦੀ ਬੇਨਤੀ ਕਿਸ ਥਾਂ ਤੇ ਜਾ ਕੇ ਕਹਿ ਸਕਾਂ। ਕਿਉ ਨਾ ਮਰੀਜੈ ਰੋਏ, ਜਾ ਲਗ ਚਿਤ ਨਾ ਆਵਹੀ। ਮੇਰੇ ਮਾਲਕ ਜੀ ਕਿਉਂ ਨਾ ਮਰੀ ਜਾ ਰੋਏ, ਮੈਂ ਰੋ ਰੋ ਕੇ ਕਿਉਂ ਨਾ ਮਰ ਜਾਵਾਂ ਜੇ ਇੱਕ ਖਿਣ ਸਮੇਂ ਵਾਸਤੇ ਵੀ ਉਹ ਪਿਆਰਾ ਵਿਸਰ ਜਾਏ। ਕਿਉਂ ਨਾ ਮਰੀ ਜਾ ਰੋਏ, ਜਾਂ ਲਗ ਚਿਤ ਨਾ ਆਵੇ, ਜੇ ਉਹ ਸਾਹਿਬ ਚਿੱਤ ਤੋਂ ਬਾਹਰ ਹੋ ਜਾਏ, ਜੇ ਉਹ ਸਾਹਿਬ ਚਿੱਤ ਦੇ ਅੰਦਰ ਨਾ ਆਏ, ਜੇ ਉਹ ਮਾਲਕ ਜੀ ਹਿਰਦੇ ਤੋਂ ਵਿਸਰ ਜਾਏ। ਤਾਂ ਹੀ ਤਾਂ ਸੇਵਕ ਜਨ ਅਰਦਾਸ ਬੇਨਤੀ ਜੋਦੜੀ ਕਰਦੇ ਹਨ, ਹੇ ਮੇਰੇ ਮਾਲਕ ਜੀ ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਸਾਰੀ। ਹੇ ਮੇਰੇ ਮਾਲਕ ਜੀ ਆਪ ਇਹ ਕਿਰਪਾ ਕਰਿਓ। ਕਿਉਂ ਨਾ ਮਰੀਜਾ ਰੋਏ, ਕਿਉਂ ਨਾ ਰੋ ਰੋ ਕੇ ਉਹਦੇ ਵਿਛੋੜੇ ਦੇ ਅੰਦਰ ਮਰ ਜਾਵਾਂ। ਜਾ ਲਗ ਚੇਤਨਾ ਆਵੇ, ਜੇ ਸਾਹਿਬ ਚੇਤੇ ਤੋਂ ਬਾਹਰ ਹੋ ਜਾਏ। ਮਹੱਲਾ ਦੂਜਾ। ਜਾਂ ਸੁਖ ਤਾ ਸਹਰਾਵਿਓ, ਦੁੱਖ ਪੀ ਸੰਭਾਲਿਓ ਏ। ਸਤਿਗੁਰੂ ਜੀਆਂ ਨੇ ਦੂਸਰਾ ਪਾਵਨ ਪਵਿੱਤਰ ਬਚਨ ਕਿਹਾ। ਸਤਿਗੁਰੂ ਮਹਾਰਾਜ ਜੀਆਂ ਨੇ ਇੱਕ ਜੀਵ ਰੂਪੀ ਇਸਤਰੀ ਨੂੰ ਜਾਂ ਸੁਖ ਤਾਂ ਸਹਰਾਵਿਓ, ਜਦੋਂ ਸੁਖ ਹੈ ਉਦੋਂ ਵੀ ਉਹਦੇ ਸੰਗ ਜੁੜੇ। ਤੇ ਮਹਾਰਾਜ ਕਹਿੰਦੇ ਭਾਈ ਜੇ ਦੁੱਖ ਆ ਗਿਆ, ਦੁੱਖ ਵਿੱਚ ਵੀ ਉਹਨੂੰ ਯਾਦ ਕਰ, ਦੁੱਖ ਵਿੱਚ ਵੀ ਉਸ ਨੂੰ ਆਪਣੇ ਹਿਰਦੇ ਤੋਂ ਨਾ ਵਸਾਰ, ਦੁੱਖ ਵਿੱਚ ਵੀ ਉਸ ਸਾਹਿਬ ਜੀ ਨੂੰ ਯਾਦ ਕਰ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਪੜ੍ਹਨੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੇਤਿਆਂ ਦੁੱਖ ਭੂਖ ਸਦ ਮਾਰ, ਏ ਪੇ ਦਾਤ ਤੇਰੀ ਦਾਤਾਰ। ਮਹਾਰਾਜ ਜੀਆਂ ਨੇ ਦੁੱਖਾਂ ਨੂੰ ਜਿੱਥੇ ਦਾਰੂ ਕਿਹਾ ਹੈ, ਮਹਾਰਾਜ ਜੀਆਂ ਨੇ ਦੁੱਖਾਂ ਨੂੰ ਦਾਤ ਵੀ ਕਿਹਾ ਹੈ। ਇਹ ਵੀ ਗੱਲ ਹੈ ਕਿ ਜਿਸ ਦਿਨ ਦੁੱਖ ਆਉਂਦੇ ਨੇ, ਉਸ ਦਿਨ ਜਿਤਨੀ ਵੇਦਨਾ ਦੇ ਨਾਲ ਅੰਦਰੋਂ ਅਰਦਾਸ ਬੇਨਤੀ ਨਿਕਲਦੀ ਹੈ, ਸੁਖ ਵਿੱਚ ਨਹੀਂ ਉਹ ਅਰਦਾਸ ਨਿਕਲਦੀ। ਜਿੱਦਨ ਆਪਣੀ ਲੋੜ ਅਨੁਸਾਰ, ਜਿੱਦਨ ਆਪਣੀ ਕੋਈ ਲੋੜ ਹੁੰਦੀ ਹੈ, ਜਿਸ ਦਿਨ ਉਹ ਅਰਦਾਸ ਨਿਕਲਦੀ ਹੈ, ਅੱਗੇ ਪਿੱਛੇ ਸੁਖ ਵੇਲੇ ਉਹ ਅਰਦਾਸ ਨਹੀਂ ਨਿਕਲਦੀ। ਲੋੜ ਵੇਲੇ ਜਿਸ ਦਿਨ ਸਾਹਿਬ ਦੇ ਘਰ ਜੁੜਨ ਨੂੰ ਜੀ ਕਰਦਾ ਹੈ, ਸੁਖ ਵੇਲੇ ਉਸ ਤਰੀਕੇ ਨਾਲ ਨਹੀਂ ਕਰਦਾ। ਮਹਾਰਾਜ ਜੀਆਂ ਦਾ ਸ਼ਬਦ ਹੈ, ਬਾਬਾ ਕਬੀਰ ਸਾਹਿਬ ਜੀਆਂ ਦਾ ਪਾਵਨ ਸ਼ਲੋਕ, ਕਬੀਰ ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿਤ। ਕਹਿੰਦੇ ਕੰਮ ਪਿਆ ਜਿੱਦਨ ਉਵੇਂ ਸਿਮਰਿਆ ਨਾ, ਕਿਤੇ ਰੋਜ਼ ਹੀ ਉਦਾਂ ਸਿਮਰ। ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿਤ। ਤੇ ਫਿਰ ਕਹਿੰਦੇ ਬਖਸ਼ਿਸ਼ ਕੀ ਹੋਵੇਗੀ, ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰਾ ਬਿਤ। ਕਹਿੰਦੇ ਵਾਸਾ ਸਾਹਿਬ ਦੇ ਘਰ ਵਿੱਚ ਹੋ ਜਾਏਗਾ। ਜਾਂ ਸੁਖ ਤਾਂ ਸਹਰਾਵਿਓ, ਜੇ ਦੁੱਖ ਹੈ, ਜੇ ਸੁਖ ਹੈ, ਸੁਖ ਵਿੱਚ ਵੀ ਉਹਦੇ ਸੰਗ, ਦੁੱਖ ਵਿੱਚ ਵੀ ਉਹਦੇ ਸੰਗ, ਭਾਵ ਉਹਦੇ ਤੋਂ ਦੂਰ ਨਾ ਹੋਈ। ਕਿਉਂ? ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੈ ਜਾਏ ਮਨੁੱਖ, ਭਾਵ ਇਹ ਤਾਂ ਮਾਲਕ ਦੇ ਦਿੱਤੇ ਹੋਏ ਬਸਤਰ ਹਨ, ਮਾਲਕ ਦੇ ਦੁਆਰਾ ਪਹਿਨਾਏ ਹੋਏ ਕੱਪੜੇ ਹਨ, ਜਿਨ੍ਹਾਂ ਨੂੰ ਮਨੁੱਖ ਪਹਿਨਦਾ ਹੈ ਆਪਣੇ ਜੀਵਨ ਦੇ ਅੰਦਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਪਹਿਲਾ ਪਾਵਨ ਪਵਿੱਤਰ ਜਿੱਥੋਂ ਰਾਗ ਪ੍ਰਾਰੰਭ ਹੁੰਦੇ ਨੇ, ਸ਼੍ਰੀ ਰਾਗ। ਮੋਤੀ ਤਾਂ ਮੰਦਰ ਊਸਰਾ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ, ਮਤ ਦੇਖ ਭੂਲਾ ਵਿਸਰਾ, ਤੇਰਾ ਚਿਤ ਨਾ ਆਵੈ ਨਾਉ। ਮਹਾਰਾਜ ਇੰਨੀ ਬਖਸ਼ਿਸ਼ ਕਰਿਓ, ਇੰਨਾ ਵੱਡਾ ਸੁਖ ਮਿਲ ਗਿਆ ਸੇਵਕ ਜਨ ਨੂੰ, ਕੋਈ ਇੰਨੀ ਵੱਡੀ ਸ਼ੌਹਰਤ ਮਿਲ ਗਈ ਸੇਵਕ ਜਨ ਨੂੰ। ਤੇ ਮਾਲਕ ਜੀ ਇੰਨੀ ਕਿਰਪਾ ਹੋਰ ਕਰਿਓ ਕਿ ਆਪ ਜੀ ਦੁਆਰਾ ਦਿੱਤੀ ਹੋਈ ਸ਼ੌਹਰਤ, ਆਪ ਜੀ ਦੁਆਰਾ ਦਿੱਤੀ ਹੋਈ ਪਦਵੀ, ਆਪ ਜੀ ਦੁਆਰਾ ਦਿੱਤਾ ਹੋਇਆ ਧਨ ਵੇਖ ਕੇ ਮੈਂ ਆਪ ਜੀਆਂ ਦੇ ਨਾਮ ਨੂੰ ਨਾ ਭੁੱਲ ਜਾਵਾਂ। ਇਹ ਸੇਵਕ ਜਨ ਮਾਲਕ ਜੀਆਂ ਦੇ ਚਰਨ ਕਮਲਾਂ ਪਾਸ ਨਿਤਾ ਪ੍ਰਤ ਬੇਨਤੀ ਜੋਦੜੀ ਕਰਦਾ ਹੈ।
ਜਾਂ ਸੁਖ ਤਾਂ ਸਹੁਰਾਵਿਓ ਦੁਖ ਭੀ ਸੰਭਾਲੇ ਓਏ। ਦੁਖ ਵਿੱਚ ਵੀ ਯਾਦ ਕਰ, ਦੁਖ ਵਿੱਚ ਵੀ ਉਹਦੇ ਸੰਗ ਜੁੜ। ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਮਹਾਰਾਜ ਹੋਏ। ਕਹਿੰਦੇ ਹੇ ਸਿਆਣੀਏ ਇਸਤਰੀਏ, ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਆਣੀ ਬੋਲੀ ਕਹਿੰਦੇ ਹਨ, ਕਿਤੇ ਮਹਾਰਾਜ ਕਹਿੰਦੇ ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ। ਜੇ ਮਿਲਣਾ ਹੈ ਸਾਹਿਬ ਨੂੰ, ਆਹ ਹੈ ਤਰੀਕਾ ਉਹਦੇ ਸ਼ੁਕਰ ਵਿੱਚ ਜੁੜਨ ਦਾ, ਆਹ ਹੈ ਤਰੀਕਾ ਉਹਦੇ ਸੰਗ ਹਮੇਸ਼ਾ ਜੁੜਨ ਦਾ, ਆਹ ਹੈ ਤਰੀਕਾ ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ, ਉਸ ਕੰਤ ਦੇ ਨਾਲ ਮਿਲਣ ਦਾ। ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਹੀਂ ਜੀਵਾ ਦੋ ਕੁਲ ਲੱਜੈ। ਚਲੋ ਜੇ ਸੁਖ ਵਿੱਚ ਉਹਦੇ ਨਾਲ ਜੁੜੇ, ਜੇ ਦੁੱਖ ਆਇਆ ਤੇ ਦੁੱਖ ਵੇਲੇ ਛੱਡ ਦਈਏ। ਮਹਾਰਾਜ ਕਹਿੰਦੇ ਭਾਈ ਹਮੇਸ਼ਾ ਸਦੀਵੀ ਉਹਦੇ ਸੰਗ ਜੁੜੋ, ਇਹ ਹੈ ਤਰੀਕਾ ਇਉਂ ਕੰਤ ਮਿਲਾਵਾ ਹੋਏ ਭਾਈ। ਇਸ ਪ੍ਰਕਾਰ ਉਸ ਕੰਤ ਹਰੀ ਪਰਿਪੂਰਨ ਪਰਮਾਤਮਾ ਦੇ ਸੰਗ ਮੇਲ ਹੋ ਜਾਏਗਾ। ਇਸ ਤਰੀਕੇ ਦੇ ਨਾਲ ਉਸ ਹਰੀ ਕੰਤ ਦੇ ਨਾਲ ਸੰਗ ਪ੍ਰਾਪਤ ਹੋ ਜਾਵੇਗਾ। ਪੌੜੀ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਹਉ ਕਿਆ ਸਾਲਾਹੀ, ਮੈਂ ਕੀ ਸਾਲਾਹਾਂ। ਕਿਰਮ ਜੰਤ, ਮੈਂ ਤਾਂ ਨਿੱਕਾ ਜਿਹਾ ਕੀੜਾ ਹਾਂ, ਛੋਟਾ ਜਿਹਾ ਕੀੜਾ ਹਾਂ। ਮਾਲਕ ਜੀ ਜਿਹੜੀ ਆਪ ਜੀ ਦੀ ਵਡਿਆਈ ਹੈ ਉਹ ਬੜੀ ਵੱਡੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਗੁਰ ਮਹਿਮਾ ਮਿਸਰੀ ਮੇਰ ਸਮ। ਗੁਰੂ ਦੀ ਮਹਿਮਾ ਤਾਂ ਇੱਕ ਵੱਡੇ ਮਿਸ਼ਰੀ ਦੇ ਪਰਬਤ ਸਮਾਨ ਹੈ ਗੁਰੂ ਦੀ ਮਹਿਮਾ, ਤੇ ਮੈਂ ਇੱਕ ਨਿੱਕੀ ਜੀ ਕੀੜੀ ਹਾਂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਾਲਕ ਜੀ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਮਾਲਕ ਜੀ ਜੋ ਆਪ ਜੀਆਂ ਦੀ ਵਡਿਆਈ ਹੈ ਉਹ ਵੱਡੀ ਹੈ। ਆਪ ਜੀਆਂ ਦੀ ਵਡਿਆਈ ਭਾਵ ਇੱਕ ਦੂਜੀ ਪਉ ਲੱਖ ਹੋਵੈ, ਲੱਖ ਹੋਵੈ ਲੱਖ 20। ਜਾਂ ਆਪਾਂ ਮੁਖ ਵਾਕ ਕਈ ਵਾਰ ਦਰਸ਼ਨ ਕਰਨੇ ਹਾਂ ਕਿ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸਤ ਸੰਗਤ ਰਾਮ ਹਿਰਦੈ ਬਸਾਈ ਰਹਾਉ, ਹਨੂਮਾਨ ਸਰ ਗਰੁੜ ਸਮਾਨਾ। ਵੱਡੀ ਤੇਰੀ ਵਡਿਆਈ, ਹਨੂਮਾਨ ਸਰ ਗਰੁੜ ਸਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਬੇਦਰ ਸਿਮਰਤ ਪੁਰਾਨਾ। ਕਮਲਾ ਪਤ ਕਵਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੇ ਸਰ ਨਾਹੀ। ਮਾਲਕ ਜੀ ਕਿਆ ਸਲਾਹੀ, ਮੈਂ ਆਪ ਜੀਆਂ ਦੀ ਕਿਹੜੀ ਉਪਮਾ ਕਰਾਂ। ਤੂੰ ਅਗਮ ਦਇਆਲ ਅਗੰਮ ਹੈ, ਆਪ ਲਹਿ ਮਿਲਾਈ। ਸਾਹਿਬ ਜੀ ਤੁਸੀਂ ਦਇਆਲੂ ਹੋ, ਅਗੰਮ ਹੋ ਜਿੱਥੋਂ ਤੱਕ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ। ਤੂੰ ਅਗਮ ਦਇਆਲ ਅਗੰਮ ਹੈ, ਆਪ ਲਹਿ ਮਿਲਾਈ। ਆਪ ਹੀ ਤੁਸੀਂ ਆਪਣੇ ਸੰਗ ਮਿਲਾਉਣ ਵਾਲੇ ਹੋ, ਭਾਵ ਜੋੜਨ ਵਾਲੇ ਹੋ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਮੈਂ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਸੰਗੀ ਵੀ ਨਹੀਂ ਹੈ। ਮੈਂ ਤੁਝ ਬਿਨ ਬੇਲੀ, ਮੇਰਾ ਕੋਈ ਹੋਰ ਬੇਲੀ ਵੀ ਨਹੀਂ ਹੈ, ਕੋਈ ਐਸਾ ਮੀਤ ਵੀ ਨਹੀਂ ਹੈ ਜੋ ਅੰਤ ਵੇਲੇ ਭਾਵ ਕੋਈ ਸਹਾਈ ਹੁੰਦਾ ਹੋਵੇ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਇੱਕ ਤੁਸੀਂ ਹੀ ਹੋ ਮਾਲਕ ਜੀ ਜੋ ਅੰਤ ਵੇਲੇ ਭਾਵ ਸਖਾਈ ਹੋ, ਜੋ ਅੰਤ ਵੇਲੇ ਸਹਾਈ ਹੋ। ਆਪ ਜੀ ਤੋਂ ਬਿਨਾ ਕੋਈ ਹੋਰ ਦੂਸਰਾ ਮੀਤ ਵੀ ਨਹੀਂ ਹੈ। ਜੋ ਤੇਰੀ ਸਰਣਾਗਤੀ ਤਿਨ ਲਹਿ ਛੜਾਈ। हे ਸਾਹਿਬ ਜੀ ਜੋ ਆਪ ਜੀਓ ਕੀ ਸ਼ਰਨ ਦੇ ਅੰਦਰ ਹੈ, ਜੋ ਤੇਰੀ ਸ਼ਰਨਾਗਤੀ ਜੋ ਆਪ ਜੀਓ ਕੀ ਸ਼ਰਨ ਦੇ ਅੰਦਰ ਹੈ, ਆਪ ਜੀ ਉਹਨਾਂ ਨੂੰ ਅੰਤ ਵੇਲੇ ਹੱਥ ਦੇ ਕੇ ਛਡਾ ਲੈਂਦੇ ਹੋ ਜਮਾਂ ਤੋਂ।
ਆਪ ਉਹਨਾਂ ਦੇ ਸਹਾਈ ਹੁੰਦੇ ਹੋ। ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ। ਭਾਈ ਨਾਨਕ, हे ਨਾਨਕ, ਉਹ ਪਰਿਪੂਰਨ ਪਰਮਾਤਮਾ ਬੇਪਰਵਾਹੋ ਹੈ, ਉਹ ਬੇਪਰਵਾਹ ਹੈ। ਭਾਵ ਨੂੰ ਕਿਸੇ ਦਾ ਦੁਨੀਆ ਦੇ ਅੰਦਰ ਕੋਈ ਭਾਵ, ਉਹ ਨਿਰਭਉ ਹੈ, ਨਿਰਵੈਰ ਹੈ, ਉਹ ਪਰਿਪੂਰਨ ਪਰਮਾਤਮਾ। ਬੇਪਰਵਾਹ ਦੇ ਅਰਥ ਐਸਾ ਨਹੀਂ ਵੀ ਉਹਨੂੰ ਪਰਵਾਹ ਨਹੀਂ ਸੰਸਾਰ ਦੀ, ਉਹਨੂੰ ਸੰਸਾਰ ਦੀ ਪਰਵਾਹ ਹੈ। ਉਹ ਆਪਣੇ ਪੈਦਾ ਕੀਤੇ ਹੋਇਆਂ ਨੂੰ ਵੇਖਦਾ ਵੀ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਬੇਪਰਵਾਹ ਇਸ ਪ੍ਰਕਾਰ ਹੈ। ਤਿਸ ਤਿਲ ਨਾ ਤਮਾਈ, ਉਹਨੂੰ ਤਿਲ ਮਾਤਰ ਪੀ, ਤਮਾ ਜਿਤਨਾ ਭਾਵ ਤਿਲ ਮਾਤਰ ਪੀ ਤਮਾਈ। ਤਮਾਈ ਕਹਿੰਦੇ ਨੇ ਲਾਲਚ ਨਹੀਂ ਹੈ ਉਸ ਪਰਿਪੂਰਨ ਪਰਮਾਤਮਾ ਨੂੰ।